प्रोग्राम हालात हाजरा देखने वालों की खिदमत में मोहब्बत भरा सलाम। नाज़रीन, आज जो अहम मौजू कि इमरान खान सदर पाकिस्तान और डिप्टी स्पीकर इन सब पे जनाब गद्दारी का मुकदमा चलाने के लिए कोशिश की जा रही है। एक तो ये मौजू, एक ज़िमनी इलेक्शन है। आज पाकिस्तान से ही एक हमारा साथ देंगे दोस्त, नाम की ज़रूरत नहीं है, उनसे भी बातचीत करेंगे। इनकी कई दफ़ा कॉल आई तो बड़े जल्दी नाराज़ हो जाते हैं, इनको गुस्सा बहुत है ऐसे लोगों पे जिस तरह पाकिस्तान में जो हालात बने। तो मैंने इन्हें कहा कि गुस्सा नहीं ज़्यादा लेके आना और बड़े आराम से आज ये प्रोग्राम करते हैं। जी सर, आज गद्दारी का मुकदमा जनाब उन्होंने कहा कायम किया जाएगा इमरान खान के ऊपर, आप क्या कहते हैं इसके बारे में? मैं यही रिक्वेस्ट करता पूरी फौज को, 7 लाख अपनी फौज है, गरीब बच्चे मरते हैं, फौजी जिन्ने गरीब बेचारे शहीद होते हैं, ये चंद जरनैल इन्होंने मुल्क का बेड़ा गर्क कर दिता। ये जरा बाजवा इस 24 घंटे लोगों को गालियां दे रहे, हाँ जी, गाली देना भी तो अच्छी बात नहीं ना। नहीं, लोग मैं सुनता पिया कह रहे आपको कुछ कह रहे, कितनी इज्जत से अपनी बेइज्जती खुद कराई है। देखो कोई और कहता है गैर मुसलमान अगर एक काम चंगे करदा इनू लोग। अच्छा मैनू ये दसो, मैं भी पंजाबी उर्दू च गल करना, गैर मुस्लिम ਜਿਹੜਾ ਲਫ਼ਜ਼ ਬੋਲਿਆ ਜਾਂਦਾ, ਕੋਈ ਗੈਰ ਮੁਸਲਿਮ ਜਨਰਲ ਬਣ ਸਕਦਾ ਪਾਕਿਸਤਾਨ ਦੇ ਵਿੱਚ? ਇਹ ਹੁਣ ਅੱਲਾਹ ਵਾਲੋਂ ਮੈਂ ਤਾਂ ਨੈਟ ਤੇ ਦੇਖਿਆ ਵੀ ਉਹ ਕਿਤੇ ਵੀ ਐਮਦੀ ਹੈ ਨਹੀਂ। ਹਾਂਜੀ, ਮੇਰਾ ਸਵਾਲ ਹੈ ਵਾ ਕਿ ਇਹ ਐਮਦੀ ਇਹ ਮੁਸਲਮਾਨ ਹੈ ਨਹੀਂ। ਮੈਂ ਵੈਸੇ ਤੇ ਮਜ਼ਹਬੀ ਗੁਫ਼ਤਗੂ ਨਹੀਂ ਕਰਦਾ, ਮਗਰ ਇਹਦੇ ਵਿੱਚ ਮੈਂ ਇਸ ਤੋਂ ਤੁਹਾਡੇ ਨਾਲ ਕਰ ਰਿਹਾ ਹਾਂ ਕਿ ਇੱਕ ਵਕਤ ਸੀ 1965 ਦੇ ਵਿੱਚ ਜਦੋਂ ਜੰਗ ਸੀ, ਉਹਦੇ ਵਿੱਚ ਜਦੋਂ ਮੈਂ ਜਿਹੜੀ ਰਿਸਰਚ ਕੀਤੀ ਹੈ, ਜਿਹੜੀਆਂ ਚੀਜ਼ਾਂ ਪਹਿਲੇ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਜਿਹੜੇ ਉਸ ਟਾਈਮ ਦੇ ਜਨਰਲ ਸੀ ਅਖਤਰ ਹੁਸੈਨ, ਉਹ ਅਹਿਮਦੀ ਸੀ ਔਰ ਉਹਨਾਂ ਨੇ ਜੰਗ ਦੇ ਵਿੱਚ ਬੜੀ ਕਾਮਯਾਬੀ ਦੇ ਨਾਲ ਮੋਰਚਾਬੰਦੀ ਦੇ ਉੱਤੇ ਦੁਸ਼ਮਣ ਦਾ ਮੁਕਾਬਲਾ ਕੀਤਾ। ਅਸੀਂ ਅੱਜ ਇਨਸਾਫ ਤੋਂ ਦੂਰ ਜਾ ਚੁੱਕੇ ਹਾਂ, ਹਕੀਕਤ ਤੋਂ ਦੂਰ ਜਾ ਚੁੱਕੇ ਹਾਂ। ਮੁਬਾਰਕ ਸਾਹਿਬ, ਅੱਲਾਹ ਤੇਰੀ ਹਯਾਤੀ ਕਰੇ, ਤੂੰ ਮੇਰੇ ਕੋਲ ਹੋਵੇ ਤੇ ਮੈਂ ਤੇਰੇ ਨਾਲ ਤੇਰੇ ਘਰ ਚ ਹਾਰ ਪਾਵਾ ਫੁੱਲਾਂ ਦਾ। ਤੂੰ ਜਿੱਥੇ ਮਿਹਨਤ ਕਰਦਾ ਤੈਨੂੰ ਅੱਲਾਹ ਵੀ ਇਹ ਅਜਰ ਦੇਣਾ। ਯਕੀਨ ਕਰ, ਮੈਂ ਕਿਸੇ ਟਾਈਮ ਰੋ ਪੈਣਾ ਕਿ ਆਪਣੇ ਜਿਹੜੇ ਜਿਤਨੇ ਫੌਜੀ ਆ, 7 ਲੱਖ ਫੌਜ ਆ, ਜਿਹਨਾਂ ਜਨਰਲ ਘੱਟ ਆ, ਗਰੀਬ ਫੌਜੀ ਸ਼ਹੀਦ ਹੋਣਾ ਹੈ। ਔਰ ਦੇਖੋ ਇਹ ਬਾਜਵੇ ਨੂੰ ਕਿੰਨੀ ਇੱਜ਼ਤ ਦਿੱਤੀ ਗਈ। ਇਹ ਮੁਲਕ ਸਾਡਾ 20 ਸਾਲ ਪਿੱਛੇ ਲੈ ਗਿਆ। ਇਹਨੂੰ ਗੈਰਤ ਨਹੀਂ ਆਈ ਕਿ ਯਾਰ ਪਾਕਿਸਤਾਨ ਦਾ ਬੇੜਾ ਗਰਕ ਕਰ ਦਿੱਤਾ ਹੈ। ਚੋਰਾਂ ਨੂੰ ਲਿਆ ਕੇ ਕਹਿੰਦਾ ਅਮਰੀਕਾ, ਇਮਰਾਨ ਖਾਨ ਡਰ ਜੀ, ਇਹਨਾਂ ਨੇ ਜ਼ਹਿਰ ਦੇ ਦਿੱਤਾ ਔਰ ਇਮਰਾਨ ਖਾਨ ਡਰਦਾ, ਇਹਦਾ ਨਾਂ ਨਹੀਂ ਲੈਂਦਾ। ਇਹ ਤੁਹਾਡੀ ਆਵਾਜ਼ ਕਿਉਂ ਰੁਕ ਰਹੀ ਹੈ? मैं क्या जो कुछ किया इसने किया है। अच्छा देखो एक चीज, चले ये तो पता चल गया कि जो भी हुआ आज राणा सनाउल्लाह ने कहा जनाब के आर्टिकल 6 लगाई जाएगी इमरान खान के ऊपर, तो आप क्या कहते हैं इसके बारे में? मैं राणा सनाउल्लाह जो ना 100 चोर और जस्सी शराबी कोई ऐब नहीं जड़ा ਇਹਦੇ ਵਿੱਚ ਹੈ ਔਰ ਮੁਲਕ ਨੂੰ ਇਹਨਾਂ ਨੇ ਤਬਾਹ ਕਰ ਦਿੱਤਾ। ਔਰ ਮੇਰੀ ਗੱਲ ਸੁਣੋ, 20 ਸਾਲ ਯਕੀਨ ਕਰੋ ਮੈਂ ਇੰਨਾ ਰੋਇਆ ਮੁਬਾਰਕ ਸਾਹਿਬ। ਹਾਂਜੀ, ਜਿੱਦਣ ਇਹ ਇਮਰਾਨ ਖਾਨ ਨੂੰ ਹਟਾਇਆ ਮੈਂ ਨੈਟ ਤੇ ਦੇਖਿਆ ਐਂਕਰ ਉੱਚੀ ਉੱਚੀ ਰੋਂਦੇ ਪਏ ਸੀ। ਇਹਨੇ ਬੜਾ ਜ਼ੁਲਮ ਕੀਤਾ ਸਾਡੇ ਨਾਲ। ਅੱਛਾ ਇਹ ਦੱਸੋ ਕਿ ਅੱਛਾ ਇਹ ਤਾਂ ਠੀਕ ਹੈ, ਆਰਟੀਕਲ 6 ਦੀ ਗੱਲ ਕਰੀਏ ਤੇ ਇਹ ਵਾਲੀਅਮ 10 ਤੇ ਖੋਲਦੇ ਨਹੀਂ, ਉਹਦੇ 'ਚ ਪਤਾ ਚੱਲੇਗਾ ਕਿ ਆਰਟੀਕਲ 6 ਕਿਹਦੇ ਤੇ ਲੱਗਣਾ ਵਾ, ਕਿਹੜਾ ਗੱਦਾਰ ਹੈ ਪਾਕਿਸਤਾਨ ਦਾ, ਤੇ ਉਹ ਕਿਉਂ ਨਹੀਂ ਖੋਲਦੀ ਅਦਾਲਤ? ਆਰਟੀਕਲ 6 ਲਾਉਣਾ ਸਭ ਤੋਂ ਪਹਿਲੇ ਬਾਜਵੇ ਤੇ ਲਾਓ। ਉਹ ਸ਼ਹੀਦ ਮਰ ਗਿਆ, 7 ਲੱਖ ਸਾਡੀ ਫੌਜ ਆ, ਗਰੀਬ ਬੱਚੇ ਸ਼ਹੀਦ ਹੋਣ ਦਾ ਹੈ। ਇਹ ਅੰਦਰਾਂ 'ਚ ਬਹਿ ਕੇ ਸ਼ਰਾਬ ਪੀਂਦੇ ਆ ਜਿੰਨੇ ਵੀ ਜਨਰਲ ਆ। ਹੁਣ ਦੇਖੋ ਇਹਦੇ ਨਾਲ 4 ਜਨਰਲ ਆ, ਉਹ ਇਹਨੂੰ ਕੁਛ ਨਹੀਂ ਕਹਿੰਦੇ ਪਏ। ਇਹਨੂੰ ਸਮਝਾਉਣ ਬੰਦੇ ਦਾ ਪੁੱਤਰ ਬਣ। ਉਹ ਮੁਲਕ 20 ਸਾਲ ਤੋਂ ਫਿਰ ਪਿੱਛੇ ਲੈ ਗਿਆ। ਚੋਰਾਂ ਨੂੰ ਤੂੰ ਲਿਆ ਕੇ ਬਿਠਾਤਾ ਅਮਰੀਕਾ ਉੱਤੇ। ਅਮਰੀਕਾ ਨੇ ਖੇਰਾ ਲਾਉਣਾ ਸੀ ਉੱਤੇ, ਅਮਰੀਕਾ ਕਿੱਥੋਂ ਆਈ? ਇਸੇ ਨੇ ਜੋ ਕੀਤਾ ਇਸਨੇ ਕੀਤਾ। ਇਹ ਲੋਕ ਸਹੀ ਕਹਿ ਰਹੇ, ਉਹ ਤੇ ਕਹਿ ਰਿਹਾ ਕਿ ਮੈਂ ਇਮਰਾਨ ਖਾਨ ਨੂੰ ਬੱਚਿਆਂ ਦੀ ਤਰ੍ਹਾਂ ਨਾਲ ਲੈ ਕੇ ਚੱਲਦਾ ਰਿਹਾ, ਲੇਕਿਨ ਮੁਸੀਬਤ
ਬੋਲਦਾ, ਇਹ ਬੇਈਮਾਨ ਆ, ਇਹ ਬਿਲਕੁਲ ਅਮਦੀ ਹੈ ਔਰ ਇਸਨੇ ਜ਼ੁਲਮ ਕੀਤਾ ਪਾਕਿਸਤਾਨ 20 ਸਾਲ ਪਿੱਛੇ ਲੈ ਗਿਆ। ਸਾਡਾ ਤਾਂ ਦਿਲ ਕਰਦਾ ਸੀ ਇਹਦਾ ਮੂੰਹ ਚੁੰਮੀਏ ਸੀ, ਇਹਦੇ ਨਾਲ ਅਸੀਂ ਪਿਆਰ ਕਰਦੇ ਸੀ, ਔਰ ਇਸਨੇ ਜਿਹੜਾ ਆਖਰ ਸੇ ਗਲਤ ਕੀਤਾ, ਔਰ ਦੇਖੋ ਪੂਰੀ ਦੁਨੀਆ ਰੋਣ ਰਹੀ ਆ ਬਾਹਰ ਦੇ ਮੁਲਕਾਂ, ਅਸੀਂ ਵੀ ਇੱਥੇ ਬੈਠੇ ਇੰਗਲੈਂਡ ਚ ਰੋਣ ਰਹੇ। ਮੇਰੀ ਗੱਲ ਸੁਣੋ, ਤੁਸੀਂ ਜਜ਼ਬਾਤ ਚ ਆ ਰਹੇ, ਤੁਹਾਨੂੰ ਮੈਂ ਕਿਹਾ ਸੀ ਹੱਥ ਹੌਲਾ ਰੱਖਣਾ। ਇਹ ਦੱਸੋ ਮੈਨੂੰ ਕਿ ਜਦੋਂ ਪਾਕਿਸਤਾਨ ਬਣਿਆ ਸੀ ਤੇ ਸਿਰਫ ਮੁਸਲਮਾਨਾਂ ਲਈ ਬਣਿਆ ਸੀ? ਯਾਰ ਜੇ ਮੁਸਲਮਾਨ, ਮੈਂ ਇਹ ਕਹਿੰਦਾ ਅੱਲਾ ਕਰੇ ਮੁਸਲਮਾਨ ਹੋਵੇ, ਮੈਂ ਮੇਰੀ ਇਹ ਦੁਆ, ਲੇਕਿਨ ਇਹਨੂੰ ਇਹ ਸ਼ਰਮ ਨਹੀਂ ਨਹੀਂ, ਹੈ। ਉਹ ਹਜ ਕਰਕੇ ਆਇਆ, ਹੁਣ ਤੁਸੀਂ ਉਹਨੂੰ ਕਹਿੰਦੇ ਮੁਸਲਮਾਨ ਨਹੀਂ ਹੈਗਾ। ਮੈਨੂੰ ਜਿੱਦਾਂ ਨੈਟ ਤੇ ਅਸੀਂ ਪੜ੍ਹਦੇ, ਮੈਂ ਉਹ ਨੈਟ ਤੇ ਤੁਸੀਂ ਪੜ੍ਹਦੇ ਜੇ, ਮਗਰ ਮੈਂ ਤੁਹਾਨੂੰ ਥੋੜੀ ਦੇਰ ਪਹਿਲੇ ਦੱਸਿਆ ਹੈ ਕਿ ਜਿਹੜੀ ਮੇਰੀ ਰਿਸਰਚ ਹੈ ਉਹਦੇ ਮੁਤਾਬਕ ਕੋਈ ਵੀ ਜਿੰਨੇ ਵੀ ਪਾਕਿਸਤਾਨ 'ਚ ਲੋਕ ਰਹਿ ਰਹੇ ਨੇ ਉਹਨਾਂ ਚੋਂ ਜਿਹੜੇ ਸਭ ਤੋਂ ਸਹੀ ਮੁਹਿੱਬੇ ਵਤਨ ਨੇ ਉਹ ਅਹਿਮਦੀ ਨੇ। ਚਲੋ ਅਹਿਮਦੀ ਸਹੀ, ਪਰ ਇਹ ਹੁਣ ਜਿਹੜਾ ਇਹਨੂੰ ਜ਼ੁਲਮ ਕੀਤਾ, ਮੁਬਾਰਕ ਸਾਹਿਬ ਤੇਰਾ ਮੈਂ ਪ੍ਰੋਗਰਾਮ ਡੇਲੀ ਸ਼ਾਮ ਨੂੰ ਵੀ ਸੁਣਦਾ, ਸੁਬਾਹ ਹੀ ਸੁਣਦਾ। ਅੱਲਾ ਤੇਰੀ ਹਯਾਤੀ ਕਰੇ, ਅੱਲਾ ਤੇਰੀ ਰੋਜ਼ੇ 'ਚ ਵੀ ਬਰਕਤ ਪਾਏ। ਲੇਕਿਨ ਇਸਨੇ ਜਿਹੜਾ ਆਪਣੇ ਮੂੰਹ ਤੇ ਕਾਲ ਕੋ, ਇਹਦੇ ਬੱਚਿਆਂ ਨੂੰ ਨਹੀਂ ਲੋਕਾਂ ਨੇ ਛੱਡਣਾ। ਇਹ ਗੱਲ ਮੇਰੀ ਯਾਦ ਰੱਖੋ, ਇਹਨੂੰ ਸਮਝਾਓ, ਬੰਦਾ ਬਣ ਜਾ। ਹਲੇ ਵੀ ਤੂੰ ਕੁਛ, ਉਹ ਡੁੱਲੇ ਬੇਰਾਂ ਦਾ ਹਲੇ ਵੀ ਕੁਛ ਨਹੀਂ ਵਿਗੜਿਆ। ਇਹ ਬੰਦੇ ਦਾ ਪੁੱਤਰ ਬਣੇ, ਮੁੜ ਕੇ ਇਮਰਾਨ ਖਾਨ ਨੂੰ ਲਿਆਵੇ, ਬਿਠਾਵੇ। ਅੱਜ ਸਭ ਚੋਰ ਲਿਆ ਕੇ ਇਹਨੂੰ ਬਿਠਾ ਦਿੱਤੇ, ਬੁੜੀਆਂ ਰੋਣ ਲਈਆਂ, ਪੂਰਾ ਪਾਕਿਸਤਾਨ ਰੋਣ ਡਿਆ। ਇਹਨੂੰ ਨਾ ਕੋਈ ਸ਼ਰਮ ਨਾ ਇਹਨੂੰ। ਅੱਛਾ, ਇਲੈਕਸ਼ਨ 'ਚ ਕੀ ਦੇਖਦੇ ਪਏ ਜੇ? ਇਲੈਕਸ਼ਨ 'ਚ ਕੀ ਦੇਖ ਰਹੇ ਜੇ ਤੁਸੀਂ? ਇਲੈਕਸ਼ਨ 'ਚ ਇਹਨਾਂ ਨੇ ਨਹੀਂ ਜਿੱਤਣ ਦੇਣਾ, ਇਹ ਮੇਰੀ ਗੱਲ ਲਿਖ ਲਓ। ਇਮਰਾਨ ਖਾਨ ਹੈਗਾ ਸਿੱਧਾ ਆਦਮੀ, ਉਹ ਬਾਦਸ਼ਾਹ ਹੈਗਾ, ਉਹਨੂੰ ਇਹਨਾਂ ਨੇ ਨਹੀਂ ਜਿੱਤਣ ਦੇਣਾ। ਇਸ ਆਰਮੀ ਜਨਰਲ ਨੇ, ਇਹਦੇ ਨਾਲ 4 ਜਨਰਲ ਹੋਰ ਵੀ ਰਲੇ ਹੋਏ ਆ, ਨਹੀਂ ਤੈਨੂੰ ਪਕੜ ਕੇ ਅੰਦਰ ਕਰ ਦੇ। ਯਾਰ ਸ਼ਹੀਦ ਤਾਂ ਗਰੀਬ ਹੋਣ ਹੈ, ਗਰੀਬਾਂ ਦੇ ਬੱਚੇ। ਇਹ ਚੰਦ ਜਰਨੈਲ ਇਕੱਠੇ ਹੋ ਕੇ ਮੁਲਕ ਦਾ ਬੇੜਾ ਕਰਕੇ ਇਹਨਾਂ ਨੇ। ਚਲੋ ਠੀਕ ਹੈ, ਤੁਹਾਨੂੰ ਤੁਹਾਡਾ ਮੈਸੇਜ ਪਹੁੰਚ ਜਾਏਗਾ। ਰੋਣ ਰਹੇ ਬਾਹਰ ਬੈਠੇ, ਰੋਣ ਰਹੇ। चलो ਤੁਹਾਡਾ मैसेज पहुंच जाएगा सर, बहुत शुक्रिया, थैंक यू। मेहरबानी। नाज़रीन एक ब्रेक लेते हैं, ब्रेक के बाद अभी प्रोग्राम जारी है जी। नाज़रीन ब्रेक के बाद आपकी खिदमत दोबारा हाजिर। असल में मकसद ये होता है प्रोग्राम में बाहर से लोगों को शामिल करने का, क्योंकि ये एक अवामी चैनल है, ये पब्लिक के लिए बनाया गया है और इस पर हर बंदे को मौका दिया जाता है। बड़ी मुश्किल से इंसाफ को भी कहा था कि आप गुस्सा नहीं करना, लेकिन फिर भी वो गुस्से में आगे काफ़ी कुछ हमें काटना पड़ता है इसमें से। फिर खैर, एक तो लोग कहते हैं, जिस तरह ये साहब कह रहे थे कि ये बंदा जो चीफ ऑफ आर्मी स्टाफ है वो अहमदी है। जब मैंने इस पर सर्च की, मैंने पता किया, मैंने कई दफ़ा आपको पहले भी बताया कि जो अहमदी हैं उनकी कुर्बानियाँ पाकिस्तान के लिए भी बेशुमार हैं। हम जब नाइंसाफ़ी करते हैं तो अल्लाह ताला नाराज़ हो जाता है। 65 की जंग में भी कुर्बानियाँ थी। फिर आपने देखा जो पहले वज़ीर ख़ारजा थे वो भी अहमदी थे, डॉक्टर अब्दुल सलाम थे, लेकिन कौम ने कदर नहीं की। एक अलग इशू है, मजहबी बहस में हम पढ़ना नहीं चाहते, मगर इनके जवाब के लिए ताकि इनको इन्फॉर्मेशन हो जाए। जो पहले स्कूलों की किताबें थी वहाँ पे पाकिस्तान की तारीख़ में अहमदियों कुर्बानी जो जनरल थे उन्होंने की थी, उसका जिक्र था, बाद में वो गायब कर दी। हो सकता है जब आप नाइंसाफ़ी से काम लेते हैं तो फिर अल्लाह ताला भी नाराज़ हो जाता है। तो इंसाफ के तकाजे पूरे करने चाहिए। नेट पे पढ़ के किसी के ऊपर फौरी तौर पे आप अपनी राय कायम नहीं कर सकते, मुकम्मल उसकी रिसर्च करनी चाहिए। सुप्रीम कोर्ट गद्दारी के मुकदमात जैसे अजाफी वो उसने लिख दिया कि जनाब तहरीर लिख दी कि इनको आपने फैसला करना, उस जज का भी पता करे। उस जज से मेरी भी दरख्वास्त है और दूसरे से भी कि वॉल्यूम 10 खोल लें, उसमें देखे गद्दार कौन है, फिर चलाएं ना मुकदमात। अगर थोड़ी सी भी कोई शर्म हया है किसी में तो गद्दारों की लिस्ट बनाएं। वो कल उसने ठीक कहा था, वो क्या नाम है जो इसका पीटीआई का है, फवाद चौधरी ने, कि रस्से कम पड़ जाएंगे। तो इस तरह आप जो बातें करते हैं ये सब मिले हुए हैं। एक तरीका वारदा ढूंढा है इन्होंने। तरीका वारदा यही ढूंढा है कि इसको परेशान करना है, इमरान खान को, इसको किसी ना किसी तरह चक्कर में डाले रखना है। मुकदमा किसने चलाने और किसने सुनने। सदर पाकिस्तान आप खुद देखिए, उसकी हैसियत ही कोई नहीं पाकिस्तान में। उसके पास भी कोई ना कोई पावर होनी चाहिए, पता नहीं कोई साइन के तहत क्या क्या आप चेंज करते रहते हैं। तो वो बेचारा बेकार बैठा हुआ है,
वो देख रहा है और उसका बस नहीं चल रहा। नाज़रीन, ज़िमनी इलेक्शन में जो हमारे पास इत्तला है कि डब्बे बदल दिए जाएंगे, इमरान खान को जीतने नहीं दिया जाएगा। ये बहुत बड़ी खबर आपको मैं दे रहा हूँ। इतनी बड़ी खबर हमें मिली है कि उसकी मुकम्मल तैयारी इलेक्शन कमीशन कर चुका है और ये शोर डालते रहेंगे और फिर देखेंगे कि खाना जंगी होती है या नहीं होती पाकिस्तान में, इंतज़ार करना पड़ेगा। सब्सक्राइब करें हमारे चैनल को, जुड़े रहे हमारे साथ। मिलेंगे नए प्रोग्राम में। अल्लाह हाफ़िज़।